ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇੱਕ ਅਹੁਦੇਦਾਰ ਮਤਲਬ ਕਿ ਜਥੇਦਾਰ ਬੰਦੇ ਨੇ ਤੇ ਉਹ ਡਰ ਕੇ ਇਸ ਤਰ੍ਹਾਂ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਤਾਂ ਕਿ ਕੋਈ ਆਪਣਾ ਕੋਈ ਕਿਰਦਾਰ ਹੈ ਨਹੀਂ ਬਦਲਦਾ। ਜਸਵੀਰ ਦੇਖੋ, ਜਿਹੜੇ ਤੁਸੀਂ ਸਿਰਸਾ ਦੀ ਗੱਲ ਕਰ ਰਹੇ ਹੋ ਇਹ ਕੋਈ ਅੱਤ ਕਥਨ ਨਹੀਂ। ਇਹ ਬਹੁਤ ਦੇਰ ਪਹਿਲਾਂ ਹੀ ਸਾਰਾ ਕੁਝ ਮਿਲੀ ਭੁਗਤ ਨਾਲ ਚੱਲ ਰਿਹਾ ਸੀ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਰੀ ਤੇ ਸਮੁੱਚੀ ਲੀਡਰਸ਼ਿਪ ਇਹ ਸਵਾਲ ਖੜੇ ਕਰ ਰਹੀ ਹੈ ਕਿ ਅਕਾਲੀ ਦਲ ਦੇ ਜਿਹੜੇ ਉਹ ਆਗੂ ਨੇ ਉਹਨਾਂ ਨੂੰ ਡਰਾ ਧਮਕਾ ਕੇ ਬੀਜੇਪੀ 'ਚ ਸ਼ਾਮਲ ਕਰਵਾਇਆ ਜਾਏ, ਆਪਣੀ ਪਾਰਟੀ 'ਚ ਸ਼ਾਮਲ ਕਰਵਾਇਆ ਜਾਂਦਾ। ਫਿਰ ਜਿਹੜੀ ਸਿੱਖ ਸੰਗਤ ਨੂੰ ਕੁਝ ਲੱਗ ਵੀ ਰਿਹਾ ਸੀਗਾ ਜਾਂ ਲੱਗਦਾ ਕਿ ਸੱਚਮੁੱਚ ਹੈ ਜਿਹੜਾ ਧੱਕਾ ਕੀਤਾ ਗਿਆ। ਪਰ ਜਿਹੜਾ ਆਗੂ ਪਿਛਲੇ ਲੰਬੇ ਅਰਸੇ ਤੋਂ ਬੀਜੇਪੀ ਦੀ ਲੀਡਰਸ਼ਿਪ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦਾ ਹੋਵੇ, ਕਦਮ ਨਾਲ ਕਦਮ ਲਾ ਕੇ ਚੱਲਦਾ ਹੋਵੇ, ਉਹਨਾਂ ਦੀ ਪਾਰਟੀ ਦੇ ਚੋਣ ਨਿਸ਼ਾਨ ਜਿਹੜਾ ਕਮਲ ਦੇ ਫੁੱਲ ਤੇ ਚੋਣ ਨਿਸ਼ਾਨ ਤੇ ਜਿੱਤਿਆ ਹੋਵੇ, ਆਪਾਂ ਕਿਵੇਂ ਕਹਿ ਸਕਦੇ ਆ ਕਿ ਪਾਰਟੀ ਨੇ ਉਹਦੇ ਨਾਲ ਧੱਕਾ ਕੀਤਾ ਹੈ। ਪਰਮਜੀਤ ਸਿੰਘ ਸਰਾਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦਾ ਵੀ ਇਹੀ ਕਹਿਣਾ ਕਿ ਜੋ ਜਥੇਦਾਰ ਦੁਆਰਾ ਬਿਆਨ ਦਿੱਤਾ ਗਿਆ ਹੈ ਉਹ ਐਂ ਲੱਗ ਰਿਹਾ ਕਿ ਉਹ ਅਕਾਲੀ ਦਲ ਦੇ ਬਾਦਲ ਦੀ ਭਾਸ਼ਾ ਬੋਲ ਰਹੇ ਨੇ। ਤਾਂ ਇਸ ਵਾਰ ਨਹੀਂ, ਠੀਕ ਆ, ਉਹ ਜਥੇਦਾਰ ਹਰਪ੍ਰੀਤ ਸਿੰਘ ਸਿੱਖ ਕੌਮ ਦੇ ਵੱਡੇ ਲੀਡਰ ਨੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਭਾਵੇਂ ਕੋਈ ਕਾਰਜਕਾਰੀ ਜਥੇਦਾਰ ਨੇ। ਉਹਨਾਂ ਨੂੰ ਜਿਹੜੀ ਸਿਆਸਤ ਤੋਂ ਪਰਹੇਜ਼ ਕਰਨਾ ਚਾਹੀਦਾ। ਉਹਨਾਂ ਨੂੰ ਜਿਹੜੇ ਪਾਰਟੀ ਛੱਡ ਕੇ ਇੱਕ ਲੀਡਰ ਦੂਜੀ ਪਾਰਟੀ 'ਚ ਜਾਂਦਾ, ਤੀਜੀ ਪਾਰਟੀ 'ਚ ਜਾਂਦਾ, ਚਾਹੇ ਉਹਨੂੰ ਡਰਾ ਕੇ ਲੈ ਕੇ ਗਏ ਨੇ, ਚਾਹੇ ਉਹਨੂੰ ਬਿਨਾਂ ਡਰਾ ਕੇ ਆਪਣੇ ਆਪ ਨੂੰ ਸ਼ਾਮਲ ਹੋਇਆ, ਉਹਨਾਂ ਨੂੰ ਇਹ ਪੋਲੀਟੀਕਲ ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ। ਸਰ ਇੱਕ ਗੱਲ ਕਮਲ ਸੰਧੂ ਜੋ ਕਿ ਆਮ ਆਦਮੀ ਪਾਰਟੀ ਦੇ ਸੀ ਉਹਨਾਂ ਨੂੰ ਪਾਰਟੀ ਦਾ ਮੁਅੱਤਲ ਕਰ ਦਿੱਤਾ ਗਿਆ। ਉਹ ਕੱਲ੍ਹ ਆਪਣਾ ਫੇਸਬੁੱਕ ਤੇ ਲਾਈਵ ਹੋਇਆ ਤੇ ਉਹਨਾਂ ਨੇ ਐਲਾਨ ਕੀਤਾ ਕਿ ਹੁਣ ਅੱਗੇ ਚੋਣਾਂ ਨਹੀਂ ਲੜਦੇ, ਕਿਉਂਕਿ ਉਹ ਜਦੋਂ ਸਿਆਸਤ ਵਿੱਚ ਆਏ ਸੀ ਤਾਂ ਉਹ ਜਿਹੜਾ ਸਿਸਟਮ ਹੈ ਉਸ ਨੂੰ ਬਦਲਣ ਵਾਸਤੇ ਆਏ ਸੀ, ਫਿਰ ਪਾਰਟੀ ਨੂੰ ਬਦਲਣ ਵਾਸਤੇ ਆਏ ਸੀ ਤੇ ਹੁਣ ਉਹਨਾਂ ਨੂੰ ਕੋਈ ਵੀ ਚੰਗਾ ਬਦਲ ਨਜ਼ਰ ਨਹੀਂ ਆ ਰਿਹਾ, ਇਸ ਕਰਕੇ ਤੋਂ ਚੋਣਾਂ ਨਹੀਂ ਲੜਦੇ। ਦੇਖੋ, ਕਮਲ ਸੰਧੂ ਜੀ ਬਹੁਤ ਸੀਨੀਅਰ ਹੈ ਜਰਨਲਿਸਟ ਨੇ। ਅਸੀਂ ਤਾਂ ਉਹਨਾਂ ਨੂੰ ਪੜ੍ਹਦੇ ਰਹੇ ਆ, ਫੋਲੋ ਕੀਤਾ ਹੈ। ਇੰਡੀਅਨ ਐਕਸਪ੍ਰੈਸ 'ਚ ਰਹੇ ਨੇ, ਟ੍ਰਿਬਿਊਨ ਗਰੁੱਪ ਦੇ ਵਿੱਚ ਰਹੇ ਨੇ, ਟ੍ਰਿਬਿਊਨ ਦੇ ਐਡੀਟਰ ਰਹੇ ਨੇ। ਲੰਬਾ ਸਮਾਂ ਉਹਨਾਂ ਦਾ ਪੱਤਰਕਾਰੀ ਦਾ ਤਜਰਬਾ, ਸਾਫ਼ ਸੁਥਰੀ ਪੱਤਰਕਾਰੀ ਕੀਤੀ ਆ, ਮੁੱਦਿਆਂ ਦੀ ਗੱਲ ਕਰਦੇ ਨੇ। ਇਹ ਗੱਲ ਠੀਕ ਆ ਕਿ ਜੋ ਉਹਨਾਂ ਨੇ ਫੇਸਬੁੱਕ ਤੇ ਲਾਈਵ ਹੋ ਕੇ ਆਪਣੀ ਗੱਲ ਰੱਖੀ ਆ ਜਾਂ ਜੋ ਉਹਨਾਂ ਨੇ ਕਿਹਾ ਉਹ ਲਗਭਗ ਸਹੀ ਕਿਹਾ ਕਿ ਪੰਜਾਬ ਦੇ ਵਿੱਚ ਉਹ ਇੱਕ ਬਦਲਾਅ ਦੀ ਰਾਜਨੀਤੀ ਦੇਖ ਕੇ ਜਾਂ ਸਿਸਟਮ ਨੂੰ ਬਦਲਾਅ ਦੇਖ ਕੇ ਜਾਂ ਸਿਸਟਮ ਨੂੰ ਬਦਲਾਅ ਕਰਨ ਦੇ ਮੱਦੇ ਨਜ਼ਰ ਉਹਨਾਂ ਨੇ ਰਾਜਨੀਤੀ ਦੇ ਵਿੱਚ ਪ੍ਰਵੇਸ਼ ਕੀਤਾ ਸੀ। ਅਸੀਂ ਪਿਛਲੇ 5 ਸਾਲਾਂ ਤੋਂ ਲਗਭਗ 5 ਸਾਲ ਹੋਣ ਵਾਲੇ ਹੋ ਚੱਲੇ ਨੇ। ਅਸੀਂ ਉਹਨਾਂ ਦੀ ਵਿਧਾਨ ਸਭਾ ਦੇ ਵਿੱਚ ਕਈ ਤਕਰੀਰਾਂ ਦੇਖੀਆਂ, ਕਈ ਮੁੱਦਿਆਂ ਨੂੰ ਉਹਨਾਂ ਨੂੰ ਉਠਾਉਂਦੇ ਚੁੱਕਿਆ। ਜਿਹੜੇ ਵੀ ਮੁੱਦੇ ਉਹਨਾਂ ਨੇ ਚੱਕੇ ਆ ਉਹ ਪੰਜਾਬ ਦੇ ਹੱਕ ਵਿੱਚ ਚੱਕੇ ਆ। ਅਸਾ ਸਿਸਟਮ ਨੂੰ ਚੇਂਜ ਕਰਨ ਦੀ ਗੱਲ ਕੀਤੀ ਤੇ ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੇ ਇਹੀ ਗੱਲ ਕੀਤੀ ਕਿ ਉਹ ਸਿਸਟਮ ਨੂੰ ਚੇਂਜ ਕਰਨ ਵਾਸਤੇ ਜ਼ਰੂਰੀ ਹੈ ਕਿ ਸਿਸਟਮ ਦੇ ਵਿੱਚ ਹਿੱਸਾ ਬਣਿਆ ਜਾਵੇ। ਤਾਂ ਇਸੇ ਤਹਿਤ ਅੱਜ ਉਹਨਾਂ ਵੱਲੋਂ ਕਾਂਗਰਸ ਪਾਰਟੀ ਜੁਆਇਨ ਕੀਤੀ ਗਈ। ਉਹਨਾਂ ਵੱਲੋਂ ਕਿਹਾ ਗਿਆ ਕਿ ਕਾਂਗਰਸ ਪਾਰਟੀ ਨੂੰ ਜਿਹੜੀ ਲੱਗੀ ਜਿਹਦੇ ਵਿੱਚ ਕਿ ਨਿੱਕੇ ਘਰਾਂ ਦੇ ਲੋਕ ਸ਼ਾਮਲ ਨੇ, ਇਸ ਲਈ ਮੈਂ ਇਸ ਪਾਰਟੀ ਨੂੰ ਜੁਆਇਨ ਕਰਦਾ। ਤਾਂ ਤੁਸੀਂ ਇਸ ਬਾਰੇ ਦੇਖੋ, ਇਹ ਕਾਂਗਰਸ ਪਾਰਟੀ ਦਾ ਆਪਣਾ ਫੈਸਲਾ ਹੈ ਤੇ ਜਿਹੜਾ ਸਿੱਧੂ ਮੂਸੇਵਾਲਾ ਉਹਦਾ ਆਪਣਾ ਫੈਸਲਾ ਹੈ ਕਿ ਉਹਨੇ ਕਿਸ ਪਾਰਟੀ ਦੇ ਵਿੱਚ ਜਾਣਾ ਹੈ। ਪਰ ਮੈਨੂੰ ਇਹ ਲੱਗ ਰਿਹਾ ਹੈ ਕਿ ਕਾਂਗਰਸ ਪਾਰਟੀ ਨੇ ਇਹ ਬਹੁਤ ਹੀ ਗਲਤ ਫੈਸਲਾ ਲਿੱਤਾ ਹੈ, ਕਿਉਂਕਿ ਸਿੱਧੂ ਮੂਸੇਵਾਲਾ ਪਿਛਲੇ ਲੰਬੇ ਸਮੇਂ ਤੋਂ ਅਜਿਹੇ ਗੀਤ ਗਾ ਰਿਹਾ ਹੈ ਜਿਹਦੇ ਨਾਲ ਗਨ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਜਸਵੀਰ ਸਿੰਘ ਸਵਾਗਤ ਕਰਦਾ ਹਾਂ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਪੈਸ਼ਲ ਰਿਪੋਰਟ। ਇਸ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਦੇ ਹਾਂ ਕੁਝ ਅਹਿਮ ਮੁੱਦਿਆਂ ਦੇ ਬਾਰੇ ਵਿੱਚ, ਜਿਨ੍ਹਾਂ ਬਾਰੇ ਵਿਸਥਾਰ ਨਾਲ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਜੀ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜਸਵੀਰ। ਹਾਂ ਸਰ, ਆਪਾਂ ਬੀਤੇ ਦਿਨ ਦੇਖਿਆ ਕਿ ਮਨਜਿੰਦਰ ਸਿੰਘ ਸਿਰਸਾ ਜਿਨ੍ਹਾਂ ਨੇ ਕਿ ਸ਼੍ਰੋਮਣੀ ਗੁਰਦੁਆਰਾ ਜਿਹੜੀ ਦਿੱਲੀ ਦੀ ਪ੍ਰਬੰਧਕ ਕਮੇਟੀ ਹੈ ਉੱਧਰੋਂ ਪਹਿਲਾਂ ਆਪਣਾ ਪ੍ਰਧਾਨਗੀ ਦਾ ਅਸਤੀਫਾ ਦਿੰਦੇ ਨੇ, ਬਾਅਦ ਵਿੱਚ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਕਾਫੀ ਵਿਚਾਰ ਚਰਚਾਵਾਂ ਚੱਲਦੀਆਂ ਨੇ। ਤੇ ਹੁਣ ਕੱਲ ਸੁਖਬੀਰ ਸਿੰਘ ਬਾਦਲ ਦਾ ਇੱਕ ਬਿਆਨ ਆਇਆ ਜਿਸ ਵਿੱਚ ਉਹਨਾਂ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਨੇ, ਉਹਨਾਂ ਦੀ 2 ਦਿਨ ਪਹਿਲਾਂ ਫੋਨ ਤੇ ਗੱਲਬਾਤ ਹੋਈ ਸੀ ਜਿੱਥੇ ਉਹਨਾਂ ਨੂੰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਉਹਨਾਂ ਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ, ਉਹਨਾਂ ਦੇ ਪੂਰੇ ਪਰਿਵਾਰ ਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ, ਤੇ ਉਹ ਇਸ ਡਰ ਦੇ ਕਰਕੇ ਹੀ ਉਹ ਕਹਿੰਦੇ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ। ਤਾਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇੱਕ ਅਹੁਦੇਦਾਰ ਮਤਲਬ ਕਿ ਜਥੇਦਾਰ ਬੰਦੇ ਨੇ ਤੇ ਉਹ ਡਰ ਕੇ ਇਸ ਤਰ੍ਹਾਂ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਤਾਂ ਕਿ ਕੋਈ ਆਪਣਾ ਕੋਈ ਕਿਰਦਾਰ ਹੈ ਨਹੀਂ ਕੁਝ ਉਹਨਾਂ ਦਾ? ਜਸਵੀਰ,
ਦੇਖੋ, ਜਿਹੜੇ ਤੁਸੀਂ ਸਿਰਸਾ ਦੀ ਗੱਲ ਕਰ ਰਹੇ ਆ, ਇਹ ਕੋਈ ਅੱਤ ਕਥਨੀ ਨਹੀਂ। ਇਹ ਬਹੁਤ ਦੇਰ ਪਹਿਲਾਂ ਹੀ ਸਾਰਾ ਕੁਝ ਮਿਲੀ ਭੁਗਤ ਨਾਲ ਚੱਲ ਰਿਹਾ ਸੀ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਰੀ ਤੇ ਸਮੁੱਚੀ ਲੀਡਰਸ਼ਿਪ ਇਹ ਸਵਾਲ ਖੜੇ ਕਰ ਰਹੀ ਹੈ ਕਿ ਅਕਾਲੀ ਦਲ ਦੇ ਜਿਹੜੇ ਉਹ ਆਗੂ ਨੇ ਉਹਨਾਂ ਨੂੰ ਡਰਾ ਧਮਕਾ ਕੇ ਬੀਜੇਪੀ 'ਚ ਸ਼ਾਮਲ ਕਰਵਾਇਆ ਗਿਆ। ਸਭ ਤੋਂ ਪਹਿਲਾਂ ਅਕਾਲੀ ਦਲ ਨੇ ਆਪਣੇ ਜਿਹੜੇ ਹਥਿਆਰ ਆ ਉਹ ਤਾਂ ਉਦੋਂ ਸੁੱਟ ਦਿੱਤੇ ਸੀ ਜਦੋਂ ਮਨਜਿੰਦਰ ਸਿਰਸੇ ਨੂੰ ਅਕਾਲੀ ਦਲ ਦਾ ਚੋਣ ਨਿਸ਼ਾਨ ਛੱਡ ਕੇ ਬੀਜੇਪੀ ਦੇ ਚੋਣ ਨਿਸ਼ਾਨ ਫੁੱਲ ਪਰ ਚੋਣ ਲੜਾਈ ਗਈ ਸੀ। ਅੱਜ ਵੀ ਤੁਸੀਂ ਭਾਰਤ ਦੇ ਚੋਣ ਕਮਿਸ਼ਨ ਦਾ ਇਤਿਹਾਸ ਰਿਕਾਰਡ ਕੱਢ ਲਓ। ਦਿੱਲੀ ਦੇ ਚੋਣ ਕਮਿਸ਼ਨ ਦਾ ਜਾਂ ਤੁਸੀਂ ਰਿਕਾਰਡ ਖੋਲੂਗੇ ਤੇ ਉਹਦੇ 'ਚ ਜਦ ਸਰਚ ਮਾਰੋਗੇ ਕਿ ਮਨਜਿੰਦਰ ਸਿੰਘ ਸਿਰਸਾ ਕਿਹੜੀ ਪਾਰਟੀ ਦਾ ਵਿਧਾਇਕ ਤੇ, ਤਾਂ ਉੱਥੇ ਤੇ ਸਿੱਧੀ ਤੇ ਸਪਸ਼ਟ ਤਸਵੀਰ ਸਪਸ਼ਟ ਹੋ ਜਾਂਦੀ ਆ ਕਿ ਮਨਜਿੰਦਰ ਸਿੰਘ ਸਿਰਸਾ ਬੀਜੇਪੀ ਦੇ ਆਗੂ ਤੇ। ਭਾਵੇਂ ਕਿ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਆਪ ਦਾ ਉਹ ਆਗੂ ਸਮਝੀ ਗਏ, ਪਰ ਮੂਲ ਰੂਪ ਦੇ ਵਿੱਚ ਉਹ ਬੀਜੇਪੀ ਦੇ ਆਗੂ ਤੇ ਬੀਜੇਪੀ ਦੇ ਆਗੂਆਂ ਨਾਲ ਉਹ ਟੱਚ ਸੀਗੇ। ਜੋ ਬੀਜੇਪੀ ਦੇ ਆਗੂ ਕਹਿੰਦੇ ਸੀ ਉਵੇਂ ਉਹ ਕਰਦੇ ਜਾ ਰਹੇ ਤੇ। ਇੱਕ ਤਰ੍ਹਾਂ ਦੇ ਨਾਲ ਉਹ ਬੀਜੇਪੀ ਦੀ ਬੀ ਟੀਮ ਦੇ ਰੂਪ ਵਿੱਚ ਕੰਮ ਕਰ ਰਹੇ ਸੀ। ਜਿੱਥੇ ਤੱਕ ਰਹੀ ਗੱਲ ਪਰਚੇ ਦਰਜ ਦੇਣ ਕਰਨ ਦੀ ਜਾਂ ਬਾਂਹ ਮਰੋੜਨ ਦੀ, ਬਾਂਹ ਉਹਦੀ ਮਰੋੜੀ ਜਾਂਦੀ ਆ। ਪਰਚੇ ਉਹਨਾਂ 'ਤੇ ਦਰਜ ਕੀਤੇ ਜਾਂਦੇ ਆ ਜਿੱਥੇ ਬੰਦਾ ਝੂਠਾ ਹੋਵੇ, ਕੋਈ ਨੁਕਸ ਹੋਵੇ, ਕੋਈ ਹੇਰਾਫੇਰੀ ਕੀਤੀ ਹੋਵੇ, ਕੋਈ ਬੇਈਮਾਨੀ ਕੀਤੀ ਹੋਵੇ। ਜਦੋਂ ਬੰਦਾ ਸੱਚ ਤੇ ਸਹੀ ਹੋਵੇ, ਕਿਸੇ ਤਰ੍ਹਾਂ ਦਾ ਡਰ ਤੇ ਭੈ ਨਾ ਹੋਵੇ, ਫਿਰ ਇੱਕ ਕਿਹਾ, ਦੋ ਕਿਹਾ, 20 ਪਰਚੇ ਦਰਜ ਕਰ ਲਵੇ, ਪਰ ਬੰਦੇ ਝੁਕਦੇ ਨਹੀਂ। ਪੰਜਾਬ ਦੇ ਵਿੱਚ ਕਈ ਪਾਰਟੀ ਦੇ ਅਜਿਹੇ ਆਗੂ ਨੇ ਜਿਨ੍ਹਾਂ ਪਰ 2-2, 5-5, 7-7 ਕੇਸ ਦਰਜ ਨੇ। ਕਈਆਂ ਪਰ ਤਾਂ ਔਰਤਾਂ ਤੋਂ ਵੀ ਅਜਿਹੇ ਦੋਸ਼ ਲਵਾਏ ਗਏ ਨੇ, ਫਿਰ ਵੀ ਉਹ ਸਰਕਾਰਾਂ ਦੇ ਨਾਲ, ਸਮੇਂ ਦੇ ਹਾਕਮਾਂ ਦੇ ਨਾਲ ਲੜਦੇ ਨੇ। ਇਸ ਕਰਕੇ ਜਿਹੜੀ ਗੱਲ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਨੇ ਕਹੀ ਆ ਜਾਂ ਸੁਖਬੀਰ ਸਿੰਘ ਬਾਦਲ ਹੋਰੀ ਕਹਿ ਰਿਹਾ, ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜੇ ਸਿੱਖ ਨੇ ਹਰ ਰੋਜ਼ ਅਰਦਾਸ ਕਰਦੇ ਨੇ ਕਿ ਜਿਨ੍ਹਾਂ ਸਿੰਘਾਂ ਸਿੰਘਣਾਂ ਧਾਰਮਿਕ ਸੀਸ ਤੇ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਫੁੱਟੀਆਂ ਖੱਲਾਂ ਲਵਾਈਆਂ, ਕਈ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਗਲਾਂ ਵਿੱਚ ਹਾਰ ਪਵਾਏ, ਉਸ ਅਸੀਂ ਕੁਰਬਾਨੀ ਨੂੰ ਭੁੱਲ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡੇ ਵੱਡੇ ਉੱਚ ਅਹੁਦੇ 'ਤੇ ਬੈਠੇ ਉਹ ਆਗੂ, ਜਿਹੜੀ ਸਿੱਖ ਧਰਮ ਜਾਂ ਅਕਾਲੀ ਦਲ ਜਿਹੜੀ ਕਿ ਜ਼ਬਰ ਜ਼ੁਲਮ ਦੇ ਖਿਲਾਫ ਲੜਦਾ ਰਿਹਾ, ਜਾਂ ਇਹ ਕਹਿ ਲਓ ਵੀ ਅਕਾਲੀ ਦਲ ਮੋਰਚਾ 'ਚੋਂ ਨਿਕਲੇ ਹੋਈ ਪਾਰਟੀ ਆ, ਉਸ ਪਾਰਟੀ ਦਾ ਪ੍ਰਧਾਨ, ਉਸ ਪਾਰਟੀ ਦਾ ਆਗੂ ਇੱਕ ਪੁਲਿਸ ਕੇਸ ਤੋਂ ਡਰ ਜਾਵੇ। ਇਹ ਸਿਰਫ ਤੇ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਲੋਕਾਂ ਨੂੰ ਬੇਵਕੂਫ ਬਣਾਉਣ ਦੇ ਯਤਨ ਕੀਤੇ ਜਾ ਰਿਹਾ, ਜਦ ਕਿ ਅਸਲ ਗੱਲ ਇਹ ਆ ਕਿ ਇਹ ਮਿਲ ਕੇ ਗੇਮ ਖੇਡਾਂ ਜਾ ਰਹੀਆਂ। ਜਦੋਂ ਇੱਕ ਦੂਜੀ ਗੱਲ ਇਹ ਆ ਕਿ ਜਦੋਂ ਹੁਣ ਤਾਜ਼ਾ ਹੋਈਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਵਿੱਚ ਦਿੱਲੀ ਦੇ ਲੋਕਾਂ ਨੇ ਫਤਵਾ ਦੇਤਾ, ਦਿੱਲੀ ਦੇ ਲੋਕਾਂ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਹਰਾਉਣ ਦੇ ਬਾਵਜੂਦ ਸਾਡੇ ਪੰਜਾਬ ਦੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਫਿਰ ਕੋਆਪਟ ਮੈਂਬਰ ਆ ਜਿਹੜਾ ਉੱਥੇ ਕਰਦੇ ਨੇ, ਕੋਆਪਟ ਮੈਂਬਰ ਕਰਕੇ ਉਹਨਾਂ ਨੂੰ ਫਿਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾਉਣ ਵਾਸਤੇ ਉਹਨਾਂ ਨੂੰ ਅੱਗੇ ਉਮੀਦਵਾਰ ਉਤਾਰਿਆ ਜਾਂਦਾ ਹੈ। ਠੀਕ ਆ। ਫਿਰ ਅਸਲ ਗੱਲ ਤਾਂ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੁਝਾਰੂ ਜਿਹੜੇ ਪਾਰਟੀ ਦੇ ਟਕਸਾਲੀ ਆਗੂ ਤੇ ਉਹਨਾਂ ਨੂੰ ਦਰਕਿਨਾਰ ਕੀਤਾ। ਉਹਨਾਂ ਪਾਰਟੀ ਦੇ ਵਿੱਚ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਂਦਾ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਨੇ, ਜਿਹੜੇ ਵੱਡੇ ਵੱਡੇ ਕਾਰਪੋਰੇਟ ਸੈਕਟਰ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦਾ ਵੱਡਾ ਕਾਰੋਬਾਰ ਨੇ। ਕਹਿਣ ਦਾ ਮਤਲਬ ਇਹ ਹੈ ਕਿ ਪਾਰਟੀ ਦੇ ਵਿੱਚ ਰਹਿ ਕੇ ਉਹ ਪਾਰਟੀ ਵਾਸਤੇ ਘੱਟ ਆਪਣੇ ਬਿਜ਼ਨਸ ਨੂੰ ਬੜਾਵਾ ਦੇਣ ਵਾਸਤੇ ਵੱਡਾ ਕੰਮ ਕਰਦੇ ਨੇ। ਇਸ ਕਰਕੇ ਜਦੋਂ ਤੁਸੀਂ ਬਿਜ਼ਨਸ ਕਰਦੇ ਹੋ, ਜਦੋਂ ਤੁਸੀਂ ਵਪਾਰ ਕਰਦੇ ਹੋ, ਤਾਂ ਬਹੁਤ ਸਾਰੀਆਂ ਖਾਮੀਆਂ ਜਿਹੜੀਆਂ ਰਹਿ ਸਕਦੀਆਂ। ਜਦੋਂ ਬਹੁਤ ਸਾਰੀਆਂ ਖਾਮੀਆਂ ਹੋਣਗੀਆਂ, ਫਿਰ ਕਦੇ CBI ਦਾ, ਕਦੇ IB ਦਾ, ਕਦੇ ਇਨਕਮ ਟੈਕਸ ਦਾ, ਕਦੇ ED ਦਾ ਇਹੋ ਜਿਹਾ ਡਰਾਬਾ ਦੇ ਕੇ ਫਿਰ ਤੁਹਾਡੀਆਂ ਜਿਹੜੀਆਂ ਬਾਹਾਂ ਉਹ ਮਰੋੜੀਆਂ ਜਾਂਦੀਆਂ, ਕਿਉਂਕਿ ਤੁਹਾਡੇ ਦੇ ਵਿੱਚ ਕਈ ਤਰ੍ਹਾਂ ਦੀਆਂ ਖਾਮੀਆਂ ਹੁੰਦੀਆਂ। ਜਦੋਂ ਜੁਝਾਰੂ ਸਿੱਖ ਹੋਣਗੇ ਜਾਂ ਟਕਸਾਲੀ ਆਗੂ ਹੋਣਗੇ, ਉਹ ਸਮਾਂ ਵੀ ਦੇਖਿਆ ਜਦੋਂ ਮੋਰਚੇ ਦੇ ਵਿੱਚ ਲਾਉਂਦੇ ਸੀਗੇ, ਜਦੋਂ ਕਹਿੰਦੇ ਵੀ ਚਲੋ ਜੀ ਜੇਲ੍ਹ ਪਰ ਅੰਦੋਲਨ ਸ਼ੁਰੂ ਕਰਨਾ, ਤਾਂ ਜਿਹੜੇ ਜਥੇਦਾਰ ਤੇ ਮੁੰਡੇ ਪਰ ਰੱਖ ਕੇ ਆਪਣਾ ਪਰਨਾ ਤੇ ਆਪਣਾ ਜਿਹੜਾ ਕਛਹਿਰਾ ਨੂੰ ਨਾਲ ਲੈ ਕੇ ਝੋਲੇ 'ਚ ਪਾ ਕੇ 2 ਬਰਤਨ ਜੇਲ੍ਹਾਂ ਭਰਨ ਵਾਸਤੇ ਤਿਆਰ ਹੋ ਜਾਂਦੇ। ਅਸਲ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਨੇ ਉਹਨਾਂ
ਜਿਹੜੇ ਟਕਸਾਲੀ ਵਰਕਰ ਤੇ ਟਕਸਾਲੀ ਆਗੂ ਤੇ ਉਹਨਾਂ ਨੂੰ ਦਰਕਨਾਰ ਕੀਤਾ, ਉਹਨਾਂ ਨੂੰ ਦੂਰ ਕੀਤਾ। ਇਸ ਕਰਕੇ ਅਕਾਲੀ ਦਲ ਦੀ ਅੱਜ ਜਿਹੜੀ ਸਥਿਤੀ ਆ ਇਹ ਹੋਈ ਆ। ਹੁਣ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਇਸ ਮਾਮਲੇ ਦੇ ਵਿੱਚ ਜਿਹੜੀ ਇਹ ਸਿਆਸਤ ਚੱਲ ਰਹੀ ਆ ਭਾਜਪਾ ਦੀ, ਅਕਾਲੀ ਦਲ ਦੀ, ਉਹਦੇ ਵਿੱਚ ਨਹੀਂ ਸੀ ਪੈਣਾ ਚਾਹੀਦਾ। ਉਹਨਾਂ ਨੂੰ ਇਹ ਜੀ ਬਿਆਨਬਾਜ਼ੀ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਤਾਂ, ਕਿਉਂਕਿ ਜੇਕਰ ਸੱਚਮੁੱਚ ਬੀਜੇਪੀ ਦੀ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਕਿਸੇ ਏਜੰਸੀ ਵੱਲੋਂ ਕੇਸ ਦਰਜ ਕਰਕੇ ਜਾਂ ਉਹਨਾਂ ਨੂੰ ਝੂਠੇ ਮਾਮਲਿਆਂ 'ਚ ਫਸਾ ਕੇ ਬਾਹ ਮਰੋੜ ਕੇ ਆਪਣੀ ਪਾਰਟੀ 'ਚ ਸ਼ਾਮਿਲ ਕਰਵਾਇਆ ਜਾਂਦਾ, ਫਿਰ ਜਿਹੜੀ ਸਿੱਖ ਸੰਗਤ ਨੂੰ ਕੁਝ ਲੱਗ ਵੀ ਰਿਹਾ ਸੀਗਾ ਜਾਂ ਲੱਗਦਾ ਕਿ ਸੱਚਮੁੱਚ ਹੈ ਜਿਹੜਾ ਧੱਕਾ ਕੀਤਾ ਗਿਆ। ਪਰ ਜਿਹੜਾ ਆਗੂ ਪਿਛਲੇ ਲੰਬੇ ਅਰਸੇ ਤੋਂ ਬੀਜੇਪੀ ਦੀ ਲੀਡਰਸ਼ਿਪ ਦੇ ਨਾਲ ਮੋਢਾ ਜੋੜ ਕੇ ਚੱਲਦਾ ਹੋਵੇ, ਕਦਮ ਨਾਲ ਕਦਮ ਲਾ ਕੇ ਚੱਲਦਾ ਹੋਵੇ, ਉਹਨਾਂ ਦੀ ਪਾਰਟੀ ਦੇ ਚੋਣ ਨਿਸ਼ਾਨ ਜਿਹੜਾ ਕਮਲ ਦੇ ਫੁੱਲ ਤੇ ਚੋਣ ਨਿਸ਼ਾਨ ਤੇ ਜਿੱਤਿਆ ਹੋਵੇ, ਆਪਾਂ ਕਿਵੇਂ ਕਹਿ ਸਕਦੇ ਆ ਕਿ ਪਾਰਟੀ ਨੇ ਉਹਦੇ ਨਾਲ ਧੱਕਾ ਕੀਤਾ, ਕਿ ਬੀਜੇਪੀ ਨੇ ਬਾਹ ਮਰੋੜ ਕੇ ਉਹਨਾਂ ਨੂੰ ਸ਼ਾਮਿਲ ਕੀਤਾ। ਇਹ ਸਿਰਫ ਪੰਜਾਬ ਦੇ ਲੋਕਾਂ ਨੂੰ ਇੱਕ ਗੁੰਮਰਾਹ ਕੀਤਾ ਜਾ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ, ਸਿੱਖਾਂ ਨੂੰ ਇਹ ਡਰਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਬੀਜੇਪੀ ਆ ਜਿਹੜੀ ਕੁਝ ਵੀ ਕਰ ਸਕਦੀ ਹੈ। ਕਹਿਣ ਦਾ ਮਤਲਬ ਹੈ ਕਿ ਜੇ ਮਨਜਿੰਦਰ ਸਿੰਘ ਸਿਰਸਾ ਜਾ ਸਕਦੇ ਆ ਤਾਂ ਪੰਜਾਬ ਦੇ ਹੋਰ ਲੋਕ ਜਾਂ ਦਿੱਲੀ ਦੇ ਹੋਰ ਲੋਕ ਆ ਜਿਹੜੇ ਵੱਡੇ ਬਿਜ਼ਨਸਮੈਨ ਨੇ, ਜਿਹੜੇ ਕਿਤੇ ਨਾ ਕਿਤੇ ਹੋਰ ਪਾਰਟੀਆਂ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਇੱਕ ਡਰਾਵਾ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਆਪਣੀਆਂ ਪਾਰਟੀਆਂ ਛੱਡ ਕੇ ਛੇਤੀ ਤੋਂ ਛੇਤੀ ਛਾਲਾ ਮਾਰ ਕੇ ਬੀਜੇਪੀ ਵਾਲੇ ਪਾਸੇ ਆ ਜਾਓ, ਬੀਜੇਪੀ ਦਾ ਕਮਲ ਦਾ ਫੁੱਲ ਚੱਕ ਲਓ, ਤੁਸੀਂ ਰਾਸ਼ਟਰਵਾਦ ਦਾ ਝੰਡਾ ਚੱਕ ਲਓ। ਇਹ ਡਰਾਉਣ ਦਾ ਯਤਨ ਕੀਤਾ ਜਾ ਰਿਹਾ ਤਾਂ ਕਿ ਜਿਹੜਾ ਬੀਜੇਪੀ ਦਾ ਪੱਤਾ ਹੈ ਜਾਂ ਬੀਜੇਪੀ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਦੁਬਾਰਾ ਸਰਕਾਰ ਬਣਾਉਣ ਵਾਲੇ ਪਾਸੇ ਵਧੀਏ ਜਾਂ ਸਰਕਾਰ ਬਣਾਈਏ, ਉਸ ਕਰਕੇ ਇੱਕ ਡਰਾਵਾ ਦਿੱਤਾ ਜਾ ਰਿਹਾ ਹੈ। ਪਿਛਲੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਰਿਹਾ, ਸਾਰਿਆਂ ਦੀ ਇਹਨਾਂ ਦੀ ਮਿਲੀ ਭੁਗਤਾ, ਸਾਰਿਆਂ ਦੀ ਗੂੜੀ ਸਾਂਝ ਆ, ਇੱਕ ਦੂਜੇ ਦੇ ਨਾਲ ਇਹ ਮਿਲ ਕੇ ਚੱਲ ਰਹੇ ਨੇ। ਇਹ ਸਾਰਾ ਤੇ ਸਾਰਾ ਕੁਝ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ। ਉੱਪਰ ਤੇ ਅਲੱਗ-ਅਲੱਗ ਹੋਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਕਿ ਅਸੀਂ ਅਲੱਗ-ਅਲੱਗ ਚੱਲਦੇ ਨੇ, ਪਰ ਅੰਦਰੋਂ ਸਾਰੇ ਮਿਲੇ ਹੋਏ ਨੇ, ਮਿਲ ਕੇ ਸਿਆਸਤ ਕਰਦੇ ਨੇ। ਇਹਨਾਂ ਦਾ ਕਿਵੇਂ ਨਾ ਕਿਵੇਂ ਇਹ ਆ ਕਿ ਪੰਜਾਬ ਦੀ ਸਿਆਸਤ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਯੂਪੀ ਦੀ ਸਿਆਸਤ ਹੋਣੀ ਆ, ਵੀ ਯੂਪੀ ਦੇ ਵਿੱਚ ਵੋਟਾਂ ਪੈਣੀਆਂ, ਪੰਜਾਬ ਦੇ ਵਿੱਚ ਵੋਟਾਂ ਪੈਣੀਆਂ, ਹੋਰ ਰਾਜਾਂ ਦੇ ਵਿੱਚ ਵੋਟਾਂ ਪੈਣੀਆਂ। ਇਸ ਕਰਕੇ ਕਿਤੇ ਨਾ ਕਿਤੇ ਸਰਕਾਰ ਬਣਾਉਣ ਵਾਲੇ ਪਾਸੇ ਨੂੰ, ਉਸ ਪਾਸੇ ਨੂੰ ਵਧਣ ਦੇ ਯਤਨ ਕੀਤੇ ਜਾ ਰਹੇ ਨੇ। ਜੇ ਡਰਨ ਵਾਲੀ ਗੱਲ ਹੋਵੇ, ਦਿੱਲੀ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੇ 1 ਸਾਲ ਦੇ ਕਰੀਬ ਧਰਨਾ ਲਾ ਕੇ ਰੱਖਿਆ, 1 ਸਾਲ ਦੇ ਕਰੀਬ ਧਰਨਾ ਲਾ ਕੇ ਰੱਖਿਆ। ਪੰਜਾਬ ਦੇ ਕਿੰਨੇ ਲੋਕਾਂ ਪਰ ਪਰਚੇ ਦਰਜ ਹੋਏ, ਪੰਜਾਬ ਦੇ ਕਿੰਨੇ ਕਿਸਾਨਾਂ ਦੀ ਮਾਰ-ਕੁੱਟ ਹੋਈ, ਕਿੰਨੇ ਉਹਨਾਂ ਤੋਂ ਪਾਣੀ ਦੀਆਂ ਵਿਛਾੜਾਂ ਛੱਡੀਆਂ ਗਈਆਂ, ਕਿੰਨੇ ਲੋਕਾਂ ਦੇ ਪਰ ਰੇਡ ਮਾਰੀ ਗਈ, ਕਿੰਨੇ ਲੋਕਾਂ ਨੂੰ ਤੰਗ ਕੀਤਾ ਗਿਆ। ਪਰ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੇ ਹੱਕੀ ਮੰਗਾਂ ਲਈ, ਪੰਜਾਬੀ ਕਿਸਾਨਾਂ ਦੀਆਂ ਮੰਗਾਂ ਲਈ ਉਹਨਾਂ ਨੇ ਸੀਂਝ ਤੱਕ ਨਹੀਂ ਕੀਤੀ। ਸਾਰਾ ਜ਼ਬਰ ਜ਼ੁਲਮ ਆ ਜਿਹੜਾ ਕੇਂਦਰ ਦੀ ਸਰਕਾਰ ਦਾ ਸਹਿ। ਤੇ ਆਖਰ ਕੀ ਹੋਇਆ, ਮੋਦੀ ਸਰਕਾਰ ਨੂੰ 3 ਖੇਤੀ ਕਾਨੂੰਨ ਆ ਜਿਹੜੇ ਉਹ ਵਾਪਸ ਲੈਣੇ ਪਏ ਨੇ। ਥੋੜ੍ਹੀ ਦੇਰ ਪਹਿਲਾਂ ਜਿਹੜੇ ਆਪਣੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ ਨੇ, ਆਮ ਆਦਮੀ ਪਾਰਟੀ ਦੇ ਆਗੂ ਰਹੇ ਨੇ ਆਪਣੇ ਸੁਖਪਾਲ ਸਿੰਘ ਖਹਿਰਾ, ਉਹਨਾਂ ਦੇ ਵੀ ਜਿਹੜੀ ਈਡੀ ਨੇ ਰੇਡ ਮਾਰ ਕੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ। ਇਹ ਤਾਂ ਫਿਰ ਕੱਲ੍ਹ ਨੂੰ ਉਹ ਵੀ ਪਾਰਟੀ ਛੱਡ ਕੇ ਭੱਜ ਸਕਦੇ। ਠੀਕ ਆ ਵੀ ਉਹਨਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਆਪਣੀ ਜਿਹੜੀ ਪੁਰਾਣੀ ਪਾਰਟੀ ਆ ਕਾਂਗਰਸ ਵਿੱਚ ਚਲੇ ਗਏ ਨੇ, ਪਰ ਉਹ ਵੀ ਤਾਂ ਡਰੇ ਨਹੀਂ। ਐਂ ਤਾਂ ਉਹਨਾਂ ਨੂੰ ਵੀ ਡਰਾਉਣ ਦਾ ਯਤਨ ਕੀਤਾ ਜਾ ਸਕਦਾ, ਉਹ ਵੀ ਬੀਜੇਪੀ 'ਚ ਜਾ ਸਕਦੇ ਤੇ ਹੋਰ ਲੀਡਰ ਆ ਜਿਹੜੇ ਉਹ ਵੀ ਬੀਜੇਪੀ 'ਚ ਜਾ ਸਕਦੇ। ਉਦੋਂ ਹੀ ਤੁਸੀਂ ਜਾਂਦੇ ਆ, ਉਦੋਂ ਹੀ ਤੁਸੀਂ ਡਰਦੇ ਆ, ਉਦੋਂ ਹੀ ਤੁਹਾਡੇ ਪਰਚੇ ਦਰਜ ਕੀਤੇ ਜਾ ਸਕਦੇ ਆ ਜਦੋਂ ਤੁਹਾਡੇ ਵਿੱਚ ਕੋਈ ਨਾ ਕੋਈ ਕਮੀ ਹੋਵੇਗੀ, ਕੋਈ ਨਾ ਕੋਈ ਨੁਕਸ ਹੋਵੇਗਾ। ਜੇ ਤੁਸੀਂ ਇਮਾਨਦਾਰੀ ਨਾਲ ਸੇਵਾ ਕਰਦੇ ਨੇ, ਇਮਾਨਦਾਰੀ ਨਾਲ ਲੋਕਾਂ ਦੇ ਵਿੱਚ ਵਿਚਰਦੇ ਨੇ, ਫਿਰ ਤੁਹਾਨੂੰ 1 2 ਚਾਹੇ 20 ਵੀ ਪਰਚੇ ਦਰਜ ਹੋਣ, ਫਿਰ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਅਸਲ ਵਿੱਚ ਇਹ ਉਹ ਲੋਕ ਨੇ ਜਿਹੜੇ ਸਿਆਸਤ ਦੇ ਨਾਂ ਪਰ ਆਪਣੀਆਂ ਦੁਕਾਨਦਾਰੀਆਂ ਚਲਾਉਂਦੇ ਨੇ, ਆਪਣਾ ਬਿਜ਼ਨਸ ਚਲਾਉਂਦੇ ਨੇ, ਆਪਣਾ ਕਾਰੋਬਾਰ ਵਧਾਉਂਦੇ ਨੇ। 10 ਸਾਲ ਦੇ ਵਿੱਚ ਜਦੋਂ ਅਕਾਲੀ ਭਾਜਪਾ ਸਰਕਾਰ ਰਹੀ ਤਾਂ ਵੱਡੀਆਂ ਜਿਹੜੀਆਂ ਨਗਰ ਨਿਗਮ ਹੈ ਉਹਨਾਂ ਦੇ ਵਿੱਚ ਜਿਹੜਾ ਸਫਾਈ ਦੇ ਠੇਕੇ ਸੀਗੇ ਤਾਂ ਉਹ ਮਨਜਿੰਦਰ ਸਿਰਸਾ ਹੋਰਾਂ ਦੀ ਕੰਪਨੀ ਦੇ ਸੀਗੇ। ਉਹ ਵੱਡੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸੂਚਨਾ ਅਧਿਕਾਰ ਐਕਟ ਦੇ ਤਹਿਤ ਜਿਹੜੀਆਂ ਰਿਪੋਰਟਾਂ ਸਾਹਮਣੇ ਆਈਆਂ ਤੀਆਂ, ਜਾਣਕਾਰੀ ਸਾਹਮਣੇ ਆਈ ਸੀ, ਉਹਦੇ ਵਿੱਚ ਉਦੋਂ ਦੀ ਅਕਾਲੀ ਭਾਜਪਾ ਸਰਕਾਰ ਨੇ ਕਰੋੜਾਂ ਰੁਪਏ ਆ ਜਿਹੜੇ ਸਫਾਈ ਦੇ ਨਾਂ ਪਰ ਇਹਦੀ ਕੰਪਨੀਆਂ ਨੂੰ ਦਿੱਤੇ ਸੀਗੇ। ਇਸ ਕਰਕੇ ਇਹ ਸਾਰਾ ਕੁਝ ਡਰਾਮਾ ਕੀਤਾ ਜਾ ਰਿਹਾ ਹੈ। ਹਾਂ ਸਰ, ਤੁਸੀਂ ਗੱਲ ਕੀਤੀ ਜਥੇਦਾਰ ਸਰਦਾਰ ਹਰਪ੍ਰੀਤ ਸਿੰਘ ਬਾਰੇ ਕਿ ਉਹਨਾਂ ਨੂੰ ਇਸ ਮਾਮਲੇ ਵਿੱਚ ਨਹੀਂ ਸੀ ਬੋਲਣਾ ਚਾਹੀਦਾ, ਤਾਂ ਪਰਮਜੀਤ ਸਿੰਘ ਸਰਨਾ ਜੋ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਨੇ, ਉਹਨਾਂ ਦਾ ਵੀ ਇਹੀ ਕਹਿਣਾ ਕਿ ਜੋ ਜਥੇਦਾਰ ਦੁਆਰਾ ਬਿਆਨ ਦਿੱਤਾ ਗਿਆ ਹੈ ਉਹ ਐਂ ਲੱਗ ਰਿਹਾ ਕਿ ਉਹ ਅਕਾਲੀ ਦਲ ਦੇ ਬਾਦਲ ਦੀ ਭਾਸ਼ਾ ਬੋਲ ਰਹੇ ਨੇ।
ਤਾਂ ਇਸ ਬਾਰੇ ਤੁਸੀਂ ਕੀ ਕਹੋਗੇ? ਨਹੀਂ ਠੀਕ ਆ, ਉਹ ਜਥੇਦਾਰ ਹਰਪ੍ਰੀਤ ਸਿੰਘ ਸਿੱਖ ਕੌਮ ਦੇ ਵੱਡੇ ਲੀਡਰ ਨੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਭਾਵੇਂ ਕੋਈ ਕਾਰਜਕਾਰੀ ਜਥੇਦਾਰ ਨੇ। ਉਹਨਾਂ ਨੂੰ ਜਿਹੜੀ ਸਿਆਸਤ ਤੋਂ ਪਰਹੇਜ਼ ਕਰਨਾ ਚਾਹੀਦਾ। ਉਹਨਾਂ ਨੂੰ ਜਿਹੜੇ ਪਾਰਟੀ ਛੱਡ ਕੇ ਇੱਕ ਲੀਡਰ ਦੂਜੀ ਪਾਰਟੀ 'ਚ ਜਾਂਦਾ, ਤੀਜੀ ਪਾਰਟੀ 'ਚ ਜਾਂਦਾ, ਚਾਹੇ ਉਹਨੂੰ ਡਰਾ ਕੇ ਲੈ ਕੇ ਗਏ ਨੇ, ਚਾਹੇ ਉਹਨੂੰ ਬਿਨਾਂ ਡਰਾ ਕੇ ਆਪਣੇ ਆਪ ਉਹ ਸ਼ਾਮਲ ਹੋਇਆ, ਉਹਨਾਂ ਨੂੰ ਇਹੋ ਜਿਹੇ ਪੋਲੀਟੀਕਲ ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਜਦੋਂ ਉਹ ਇੱਕ ਪਾਰਟੀ ਦੇ ਪ੍ਰਧਾਨ ਦੀ ਤਰ੍ਹਾਂ ਜਾਂ ਇੱਕ ਪਾਰਟੀ ਦੇ ਪ੍ਰਧਾਨ ਦੇ ਕਹਿਣ ਤੋਂ ਅਜਿਹੀ ਬਿਆਨਬਾਜ਼ੀ ਕਰਨਗੇ ਤਾਂ ਉਹਨਾਂ ਪਰ ਉਂਗਲੀਆਂ ਉੱਠਣੀਆਂ ਸੁਭਾਵਿਕ ਆ। ਤਾਂ ਦੂਜੀ ਪਾਰਟੀਆਂ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਜ਼ਰੂਰ ਕ੍ਰਿਟੀਸਾਈਜ਼ ਕਰਨਗੇ, ਕਿਉਂਕਿ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਦਾ ਕੰਮ ਜਿਹੜਾ ਹੈਗਾ ਉਹ ਧਰਮ ਦਾ ਪ੍ਰਚਾਰ ਕਰਨਾ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕੰਮ ਹੋ ਰਿਹਾ, ਸਿੱਖੀ ਦਾ ਪ੍ਰਸਾਰ ਹੋ ਰਿਹਾ, ਉਹਨਾਂ ਨੂੰ ਉਸ ਪਾਸੇ ਵੱਲ ਦੇਖਣ ਦੀ ਲੋੜ ਹੈ। ਜਾਂ ਸਿੱਖਾਂ ਦੇ ਜਿਹੜੇ ਵੱਡੇ ਮਸਲੇ ਆ ਉਹਨਾਂ ਨੂੰ ਉਭਾਰਨ ਦੀ ਲੋੜ ਆ, ਉਹਨਾਂ ਨੂੰ ਹੱਲ ਕਰਾਉਣ ਵਾਲੇ ਪਾਸੇ ਵਧਣ ਦੀ ਲੋੜ ਹੈ ਕਿ ਸਿੱਖਾਂ ਦੀ ਜਿਹੜੀ ਪਹਿਚਾਣ ਆ, ਸਿੱਖਾਂ ਦੇ ਮਸਲੇ ਆ, ਸਿੱਖਾਂ ਦੀਆਂ ਸਮੱਸਿਆਵਾਂ, ਉਹਨਾਂ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ, ਸਿੱਖੀ ਦੀ ਕਿਵੇਂ ਜਿਹੜੀ ਕਿ ਪ੍ਰਸਾਰ ਤੇ ਪ੍ਰਚਾਰ ਕੀਤਾ ਜਾ ਸਕਦਾ, ਉਸ ਪਾਸੇ ਵਾਲਾ ਜਿਹੜਾ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਆਪਣਾ ਧਿਆਨ ਦੇਣ ਦੀ ਲੋੜ ਆ, ਉਸ ਪਾਸੇ ਵੱਲ ਸੋਚਣਾ ਚਾਹੀਦਾ। ਪੋਲੀਟੀਕਲ ਬਿਆਨਬਾਜ਼ੀ ਤੋਂ ਜਥੇਦਾਰ ਸਾਹਿਬ ਨੂੰ ਬਚਣਾ ਚਾਹੀਦਾ। ਹਾਂ ਸਰ, ਇੱਕ ਕੱਲ ਕੰਵਰ ਸੰਧੂ ਜੋ ਕਿ ਪਹਿਲਾਂ ਆਮ ਆਦਮੀ ਪਾਰਟੀ 'ਚ ਹੁੰਦੇ ਸੀ, ਉਹਨਾਂ ਨੂੰ ਪਾਰਟੀ ਵੱਲੋਂ ਮੁਅੱਤਲ ਕਰ ਦਿੱਤਾ ਗਿਆ। ਉਹ ਕੱਲ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋਏ ਤੇ ਉਹਨਾਂ ਨੇ ਐਲਾਨ ਕੀਤਾ ਕਿ ਹੁਣ ਅੱਗੇ ਚੋਣਾਂ ਨਹੀਂ ਲੜਨਗੇ, ਕਿਉਂਕਿ ਉਹ ਜਦੋਂ ਸਿਆਸਤ ਵਿੱਚ ਆਏ ਸੀ ਤਾਂ ਉਹ ਜਿਹੜਾ ਸਿਸਟਮ ਹੈ ਉਸ ਨੂੰ ਬਦਲਣ ਵਾਸਤੇ ਆਏ ਸੀ, ਕਿਸੇ ਪਾਰਟੀ ਨੂੰ ਬਦਲਣ ਵਾਸਤੇ ਨਹੀਂ ਸੀ ਆਏ। ਤੇ ਹੁਣ ਉਹਨਾਂ ਨੂੰ ਕੋਈ ਵੀ ਚੰਗਾ ਬਦਲ ਨਜ਼ਰ ਨਹੀਂ ਆ ਰਿਹਾ, ਇਸ ਲਈ ਅੱਗੇ ਤੋਂ ਚੋਣਾਂ ਨਹੀਂ ਲੜਨਗੇ। ਦੇਖੋ, ਕੰਵਰ ਸੰਧੂ ਜੀ ਬਹੁਤ ਸੀਨੀਅਰ ਜਰਨਲਿਸਟ ਨੇ, ਅਸੀਂ ਤਾਂ ਉਹਨਾਂ ਨੂੰ ਪੜ੍ਹਦੇ ਰਹੇ ਆ, ਫੋਲੋ ਕੀਤਾ। ਇੰਡੀਅਨ ਐਕਸਪ੍ਰੈਸ 'ਚ ਰਹੇ ਨੇ, ਟ੍ਰਿਬਿਊਨ ਗਰੁੱਪ ਦੇ ਵਿੱਚ ਰਹੇ ਨੇ, ਟ੍ਰਿਬਿਊਨ ਦੇ ਐਡੀਟਰ ਰਹੇ ਨੇ, ਲੰਬਾ ਸਮਾਂ ਉਹਨਾਂ ਦਾ ਪੱਤਰਕਾਰੀ ਦਾ ਤਜਰਬਾ, ਸਾਫ ਸੁਥਰੀ ਪੱਤਰਕਾਰੀ ਕੀਤੀ ਆ, ਮੁੱਦਿਆਂ ਦੀ ਗੱਲ ਕਰਦੇ ਨੇ। ਇਹ ਗੱਲ ਠੀਕ ਆ ਕਿ ਜੋ ਉਹਨਾਂ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਆਪਣੀ ਗੱਲ ਰੱਖੀ ਆ, ਜਾਂ ਜੋ ਉਹਨਾਂ ਨੇ ਕਿਹਾ ਉਹ ਲਗਭਗ ਸਹੀ ਕਿਹਾ ਕਿ ਪੰਜਾਬ ਦੇ ਵਿੱਚ ਉਹ ਇੱਕ ਬਦਲਾਅ ਦੀ ਰਾਜਨੀਤੀ ਦੇਖ ਕੇ, ਜਾਂ ਸਿਸਟਮ ਨੂੰ ਬਦਲਾਅ ਦੇਖ ਕੇ, ਜਾਂ ਸਿਸਟਮ ਨੂੰ ਬਦਲਾਅ ਕਰਨ ਦੇ ਮੱਦੇਨਜ਼ਰ ਉਹਨਾਂ ਨੇ ਰਾਜਨੀਤੀ ਦੇ ਵਿੱਚ ਪ੍ਰਵੇਸ਼ ਕੀਤਾ ਸੀਗਾ। ਅਸੀਂ ਪਿਛਲੇ 5 ਸਾਲਾਂ ਤੋਂ ਲਗਭਗ 5 ਸਾਲ ਹੋਣ ਵਾਲੇ ਹੋ ਚੱਲੇ ਨੇ, ਅਸੀਂ ਉਹਨਾਂ ਦੀ ਵਿਧਾਨ ਸਭਾ ਦੇ ਵਿੱਚ ਕਈ ਤਕਰੀਰਾਂ ਦੇਖੀਆਂ, ਕਈ ਮੁੱਦਿਆਂ ਨੂੰ ਉਹਨਾਂ ਨੂੰ ਉਠਾਉਂਦੇ ਚੁੱਕਿਆ। ਜਿਹੜੇ ਵੀ ਮੁੱਦੇ ਉਹਨਾਂ ਨੇ ਚੱਕੇ ਆ ਉਹ ਪੰਜਾਬ ਦੇ ਹੱਕ ਵਿੱਚ ਚੱਕੇ ਆ, ਪੰਜਾਬ ਦੀ ਗੱਲ ਕੀਤੀ ਆ, ਪੰਜਾਬੀਅਤ ਦੀ ਗੱਲ ਕੀਤੀ ਆ, ਪੰਜਾਬੀਆਂ ਦੇ ਮਸਲਿਆਂ ਦੀ ਗੱਲ ਕੀਤੀ ਆ। ਇਹ ਗੱਲ ਵੱਖਰੀ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਨੇ ਉਹਨਾਂ ਦੀ ਗੱਲਾਂ ਨੂੰ, ਉਹਨਾਂ ਦੇ ਮੁੱਦਿਆਂ ਨੂੰ ਬਹੁਤਾ ਧਿਆਨ ਨਹੀਂ ਦਿੱਤਾ, ਜਦ ਕਿ ਉਹਨਾਂ ਨੇ ਲੋਕ ਹਿੱਤ ਦੇ ਮੁੱਦਿਆਂ ਨੂੰ ਚੱਕਿਆ। ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਸਰਕਾਰਾਂ ਜਦੋਂ ਵਿਰੋਧੀ ਪਾਰਟੀ ਦਾ ਕੋਈ ਉਮੀਦਵਾਰ ਜਿੱਤਿਆ ਹੋਇਆ ਹੁੰਦਾ ਤਾਂ ਉਹ ਐਮਐਲਏ ਨੂੰ, ਹਲਕੇ ਦੇ ਐਮਐਲਏ ਨੂੰ ਤਵੱਜੋ ਦੇਣ ਦੀ ਬਜਾਏ, ਐਮਐਲਏ ਨੂੰ ਉੱਥੇ ਮਾਣ ਸਨਮਾਨ ਦੇਣ ਦੀ ਬਜਾਏ ਆਪਣੇ ਹਲਕਾ ਜਿਹੜਾ ਇੰਚਾਰਜ ਆ ਉਹਨਾਂ ਨੂੰ ਪਹਿਲ ਦਿੰਦੇ ਆ, ਜਾਂ ਹਲਕਾ ਇੰਚਾਰਜ ਲਾ ਕੇ ਉਹਨਾਂ ਨਾਲ ਹੀ ਕੰਮ ਕਰਵਾਏ ਜਾਂਦੇ ਆ। ਇਹ ਇੱਕ ਬਹੁਤ ਵੱਡੀਆਂ, ਸਾਰੀਆਂ ਪਾਰਟੀਆਂ ਦੇ ਵਿੱਚ ਬਹੁਤ ਵੱਡਾ ਡਰਾਬੈਕ ਆ, ਜਿਹੜਾ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ, ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਹੈ, ਲੋਕਾਂ ਦਾ ਜਿਹੜਾ ਰਿਜ਼ਲਟ ਦਿੱਤਾ ਹੈ, ਲੋਕਾਂ ਦਾ ਜਿਹੜਾ ਫਤਵਾ ਦਿੱਤਾ ਹੈ, ਉਹਨਾਂ ਦੇ ਵਿਰੁੱਧ ਜਿਹੜੀਆਂ ਪੋਲੀਟੀਕਲ ਪਾਰਟੀਆਂ ਇਹ ਕੰਮ ਕਰਦੀਆਂ ਨੇ। ਇਸੇ ਕਰਕੇ ਹੁਣ ਜਿਹੜੇ ਕੰਵਰ ਸੰਧੂ ਹੋਰਾਂ ਨੇ ਜਿਹੜੀ ਪੰਜਾਬ ਦੀ ਸਰਗਰਮ ਸਿਆਸਤ ਤੋਂ ਤੋਬਾ ਕਰ ਲਈ ਹੈ, ਅਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹ ਪੰਜਾਬ ਦੇ ਜਿਹੜੀ ਕਿਸੇ ਵੀ ਪੋਲੀਟੀਕਲ ਪਾਰਟੀ 'ਚ ਸ਼ਾਮਲ ਨਹੀਂ ਹੋਣਗੇ। ਮੈਨੂੰ ਲੱਗਦਾ ਹੈ ਕਿ ਜੋ ਸਾਡੇ ਸੋਰਸਿਸ ਤੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਜਾਂ ਖਬਰਾਂ ਮਿਲ ਰਹੀਆਂ ਕਿ ਉਹ ਦੁਬਾਰਾ ਤੋਂ ਫਿਰ ਸਰਗਰਮ ਜਿਹੜੀ ਪੱਤਰਕਾਰਤਾ ਉਹਦੇ ਵਿੱਚ ਆਪਣੀ ਭੂਮਿਕਾ ਕਰਨਗੇ। ਬਹੁਤ ਜਲਦੀ ਉਹ ਇੱਕ ਜਿਹੜੀ ਸਰਗਰਮ ਪੱਤਰਕਾਰਤਾ ਦੇ ਵਿੱਚ ਆਉਣਗੇ ਅਤੇ ਉਹੀ ਲੋਕਾਂ ਦੇ ਜਿਹੜੇ ਮਸਲੇ ਆ, ਲੋਕਾਂ ਦੀਆਂ ਸਮੱਸਿਆਵਾਂ ਨੂੰ ਬਤੌਰ ਪੱਤਰਕਾਰ ਹੋਣ ਦੇ ਨਾਤੇ, ਬਤੌਰ ਕਿਸੇ ਅਦਾਰੇ ਨਾਲ ਜੁੜ ਕੇ ਉਹ ਆਪਣੀਆਂ ਉਹੀ ਗੱਲਾਂ ਰੱਖਣਗੇ ਜਿਹੜੀਆਂ ਗੱਲਾਂ ਉਹ ਪਹਿਲਾਂ ਰੱਖਦੇ ਆਏ ਨੇ। ਇਸ ਕਰਕੇ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਇਹ ਗੱਲ ਕਹੀ ਤੀ ਆਪਣਾ ਚੋਣ ਮੈਨੀਫੈਸਟੋ ਦੇ ਵਿੱਚ, ਕਹੀ ਤੀ ਕਿ ਅਸੀਂ ਜਿਹੜਾ ਹਲਕਾ ਇੰਚਾਰਜ ਸਿਸਟਮ ਆ ਜਿਹੜਾ ਉਹਦਾ ਭੋਗ ਪਾਵਾਂਗੇ, ਹਲਕਾ ਇੰਚਾਰਜ ਜਿਹੜਾ ਖਤਮ ਕਰਾਂਗੇ। ਪਰ ਦੁੱਖ ਦੀ ਗੱਲ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਜਿਹੜੇ ਐਮਐਲਏ ਤੇ ਜਿਹੜੀ ਵੀ ਪਾਰਟੀ ਦੇ, ਚਾਹੇ ਉਹ ਬੀਜੇਪੀ ਦੇ, ਚਾਹੇ ਅਕਾਲੀ ਦਲ ਦੇ, ਚਾਹੇ ਆਮ ਆਦਮੀ ਪਾਰਟੀ ਦੇ, ਉਹਨਾਂ ਜਿਹੜੇ ਹਲਕਿਆਂ ਤੋਂ ਜਿੱਤੇ ਤੇ ਉੱਥੇ ਤੇ ਉਹਨਾਂ ਐਮਐਲਏ ਸਾਹਿਬਾਨ ਨੂੰ
ਮਾਣ ਸਤਿਕਾਰ ਦੇਣ ਦੀ ਬਜਾਏ, ਉਹਨਾਂ ਦੀ ਸਰਕਾਰੀ ਦਰਬਾਰੇ ਵਿੱਚ ਜਿਹੜੀ ਗੱਲਬਾਤ ਹੋਣ ਦੀ ਬਜਾਏ ਜਾਂ ਅਧਿਕਾਰੀਆਂ ਵਿੱਚ ਉਹਨਾਂ ਦਾ ਜਿਹੜਾ ਰੁਤਬਾ ਬਹਾਲ ਕਰਾਉਣ ਦੀ ਬਜਾਏ ਆਪਣੇ ਹਲਕਾ ਇੰਚਾਰਜ ਲਾਏ, ਆਪਣੇ ਹਲਕਾ ਇੰਚਾਰਜਾਂ ਦੇ ਰਾਹੀਂ ਕੰਮ ਕਰਵਾਏ, ਉਹਨਾਂ ਦੇ ਰਾਹੀਂ ਗ੍ਰਾਂਟਾਂ ਦਿੱਤੀਆਂ। ਇਹ ਪੰਜਾਬ ਦੇ ਲੋਕਾਂ ਦਾ ਅਪਮਾਨ ਆ, ਪੰਜਾਬ ਦੇ ਜਿਹੜੇ ਚੁਣੇ ਹੋਏ ਉਹ ਹਲਕੇ ਦੇ ਲੋਕ ਤੇ ਨੁਮਾਇੰਦੇ ਤੇ ਉਹਨਾਂ ਦਾ ਅਪਮਾਨ। ਤਾਂ ਇਸ ਕਰਕੇ ਚੋਣਾਂ ਹੁਣ ਫੇਰ ਹੋਣ ਜਾ ਰਹੀਆਂ। ਸਮੁੱਚੀ ਪਾਰਟੀਆਂ ਨੂੰ ਇਸ ਗੱਲ ਪਾਸੇ ਵੱਲ ਦ੍ਰਿੜਤਾ ਦੇ ਨਾਲ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਸਰਕਾਰਾਂ ਆਉਂਦੀਆਂ ਰਹਿਣੀਆਂ, ਜਾਂਦੀਆਂ ਰਹਿਣੀਆਂ, ਕਿਸੇ ਨੇ ਜਿੱਤਣਾ, ਕਿਸੇ ਨੇ ਹਾਰਨਾ। ਇਹ ਸਾਰਾ ਜਿਹੜਾ ਸਰਕਲ ਆ ਚੱਲਦੇ ਰਹਿਣਾ। ਪਾਰਟੀਆਂ ਨੂੰ ਬੈਠ ਕੇ ਇਸ ਗੱਲ ਨੂੰ ਧਿਆਨ ਕਰਨ ਦੀ ਜ਼ਰੂਰਤ ਆ ਕਿ ਸਾਨੂੰ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹਦਾ ਮਾਣ ਸਤਿਕਾਰ ਰੱਖਣਾ ਚਾਹੀਦਾ। ਇਹ ਹੱਥ ਨੂੰ ਹੱਥ ਆ। ਅੱਜ ਦੇਖੋ ਤੁਸੀਂ 5 ਸਾਲ ਅਕਾਲੀ ਦਲ ਦੀ ਸਰਕਾਰ ਦੇ ਜਿਹੜੇ ਵਿਧਾਇਕ ਨੇ ਉਹ ਬਾਹਰ ਏ, ਆਪ ਦੇ ਵਿਧਾਇਕ ਬਾਹਰ ਏ, ਅਕਾਲੀ ਦਲ ਦੇ ਹਾਰੇ ਹੋਏ ਨੇ। ਇੱਕ ਤਰ੍ਹਾਂ ਦੀ ਜਿਹੜੇ ਉਮੀਦਵਾਰ ਤੇ ਉਹਨਾਂ ਨੇ ਵਿਧਾਇਕੀ ਕੀਤੀ ਆ। ਕੱਲ੍ਹ ਨੂੰ ਹੋ ਸਕਦਾ ਵੀ ਕੋਈ ਹੋਰ ਪਾਰਟੀ ਆ ਜਾਵੇ, ਫਿਰ ਇੱਦਾਂ ਦੀ ਹੋਵੇ। ਇਸ ਕਰਕੇ ਸਾਰੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਜਾਂ ਪੋਲੀਟੀਕਲ ਪਾਰਟੀਆਂ, ਇਹਨਾਂ ਨੂੰ ਘੱਟੋ ਘੱਟ ਕਾਮਨ ਮਿਨੀਮਮ ਪ੍ਰੋਗਰਾਮ ਇਸ ਗੱਲ ਵੱਲ ਤਾਂ ਧਿਆਨ ਦੇਣ ਦੀ ਜ਼ਰੂਰਤ ਆ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਨੂੰ ਜਿਹੜਾ ਸਤਿਕਾਰ, ਮਾਣ ਮਰਿਆਦਾ ਜਾਂ ਇੱਜ਼ਤ ਆ ਜਿਹੜੀ ਉਹ ਜ਼ਰੂਰ ਮਿਲਣੀ ਚਾਹੀਦੀ ਆ। ਉਹ ਭਾਵੇਂ ਕਿਸੇ ਵੀ ਪਾਰਟੀ ਦਾ। ਠੀਕ ਆ ਵੀ ਪਾਰਟੀ ਨੇ ਆਪਣਾ ਜਿਹੜਾ ਪਾਰਟੀ ਦਾ ਲੀਡਰ ਆ ਜਾਂ ਆਪਣੀ ਪਾਰਟੀ ਦਾ ਨੁਮਾਇੰਦਾ, ਉਹਦੇ ਰਾਹੀਂ ਵੀ ਕੁਝ ਕੰਮ ਕਰਾਉਣਾ, ਉਹ ਵੀ ਕੰਮ ਕਰਵਾ ਸਕਦਾ। ਪਾਰਟੀ ਦੀ ਆਪਣੀ ਪ੍ਰਤੀਨਿਧਤਾ ਹੋ ਸਕਦੀ ਆ, ਪਰ ਇਹ ਨਹੀਂ ਹੋਣਾ ਚਾਹੀਦਾ ਕਿ ਹਲਕੇ ਦੇ ਜਿਹੜੇ ਨੁਮਾਇੰਦੇ ਆ, ਹਲਕੇ ਦਾ ਜਿਹੜਾ MLA ਆ, ਉਹਨੂੰ ਤੁਸੀਂ ਬਿਲਕੁਲ ਹੀ ਦਰਕਿਨਾਰ ਕਰ ਦਿੱਤਾ ਜਾਵੇ। ਇਸੇ ਕਰਕੇ ਜੋ ਤਾਣਾ ਬਾਣਾ ਸਿਆਸਤ ਦਾ ਉਲਝਿਆ, ਉਹ ਤੋਂ ਮੈਨੂੰ ਲੱਗਦਾ ਕਮਲ ਸੰਧੂ ਅੱਕ ਚੁੱਕੇ ਨੇ, ਥੱਕ ਚੁੱਕੇ ਨੇ। ਇਸੇ ਕਰਕੇ ਹੁਣ ਉਹਨਾਂ ਨੇ ਕਿਸੇ ਵੀ ਪੋਲੀਟੀਕਲ ਪਾਰਟੀ ਵਿੱਚ ਜਾਣ ਤੋਂ ਤੋਬਾ ਕਰ ਲਈ। ਆਉਣ ਵਾਲੇ ਦਿਨਾਂ ਦੇ ਵਿੱਚ ਲੱਗ ਰਿਹਾ ਕਿ ਉਹ ਦੁਬਾਰਾ ਇੱਕ ਸਰਗਰਮ ਪੱਤਰਕਾਰ ਦੀ ਭੂਮਿਕਾ ਦੇ ਵਿੱਚ ਸਾਹਮਣੇ ਆਉਣਗੇ। ਹਾਂ ਸਰ, ਸਿਸਟਮ ਨੂੰ ਚੇਂਜ ਕਰਨ ਦੀ ਗੱਲ ਕੀਤੀ ਤੇ ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੇ ਵੀ ਇਹੀ ਗੱਲ ਕੀਤੀ ਕਿ ਉਹ ਸਿਸਟਮ ਨੂੰ ਚੇਂਜ ਕਰਨ ਵਾਸਤੇ ਜ਼ਰੂਰੀ ਹੈ ਕਿ ਸਿਸਟਮ ਦੇ ਵਿੱਚ ਹਿੱਸਾ ਬਣਿਆ ਜਾਵੇ। ਤਾਂ ਇਸੇ ਤਹਿਤ ਅੱਜ ਉਹਨਾਂ ਵੱਲੋਂ ਕਾਂਗਰਸ ਪਾਰਟੀ ਜੁਆਇਨ ਕੀਤੀ ਗਈ। ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਕਾਂਗਰਸ ਪਾਰਟੀ ਮੈਨੂੰ ਜਿਹੀ ਲੱਗੀ ਜਿਹਦੇ ਵਿੱਚ ਕਿ ਨਿੱਕੇ ਘਰਾਂ ਤੋਂ ਉੱਠੇ ਹੋਏ ਲੋਕ ਸ਼ਾਮਲ ਨੇ, ਇਸ ਲਈ ਮੈਂ ਇਸ ਪਾਰਟੀ ਨੂੰ ਜੁਆਇਨ ਕਰ ਰਿਹਾ। ਤਾਂ ਤੁਸੀਂ ਇਸ ਬਾਰੇ ਕੀ ਕਹੋਗੇ? ਦੇਖੋ, ਇਹ ਕਾਂਗਰਸ ਪਾਰਟੀ ਦਾ ਆਪਣਾ ਫੈਸਲਾ ਹੈ ਤੇ ਜਿਹੜਾ ਸਿੱਧੂ ਮੂਸੇਵਾਲਾ ਉਹਦਾ ਆਪਣਾ ਫੈਸਲਾ ਹੈ ਕਿ ਉਹਨੇ ਕਿਸ ਪਾਰਟੀ ਦੇ ਵਿੱਚ ਜਾਣਾ ਹੈ। ਪਰ ਮੈਨੂੰ ਇਹ ਲੱਗ ਰਿਹਾ ਹੈ ਕਿ ਕਾਂਗਰਸ ਪਾਰਟੀ ਨੇ ਇਹ ਬਹੁਤ ਹੀ ਇੱਕ ਗਲਤ ਫੈਸਲਾ ਲਿੱਤਾ ਹੈ, ਕਿਉਂਕਿ ਸਿੱਧੂ ਮੂਸੇਵਾਲਾ ਪਿਛਲੇ ਲੰਬੇ ਸਮੇਂ ਤੋਂ ਅਜਿਹੇ ਗੀਤ ਗਾ ਰਿਹਾ ਹੈ ਜਿਹਦੇ ਨਾਲ ਗਨ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਉਹਨੇ ਪਿਛਲੇ ਸਮਿਆਂ ਦੇ ਦੌਰਾਨ ਕਈ ਵਾਰੀ ਜਿਹੜੇ ਪੱਤਰਕਾਰ ਸਾਹਿਬਾਨ ਨੇ ਉਹਨਾਂ ਦੇ ਖਿਲਾਫ ਵੀ ਬਹੁਤ ਜਿਹੜੀ ਗਲਤ ਸ਼ਬਦਾਵਲੀ ਵਰਤੀ ਆ, ਹੋਰ ਲੀਡਰਾਂ ਦੇ ਖਿਲਾਫ ਵੀ ਗਲਤ ਸ਼ਬਦਾਵਲੀ ਵਰਤਦਾ ਰਿਹਾ। ਅਸੀਂ ਇਹ ਨਹੀਂ ਕਹਿੰਦੇ ਕਿ ਪੰਜਾਬ ਦੇ ਸਾਰੇ ਪੱਤਰਕਾਰ ਦੁੱਧ ਧੋਤੇ ਹੋ ਸਕਦੇ ਆ, ਪਰ ਇਹ ਵੀ ਨਹੀਂ ਹੈਗਾ ਕਿ ਪੰਜਾਬ ਦੇ ਸਾਰੇ ਪੱਤਰਕਾਰ ਬੇਈਮਾਨ ਹੋਣਗੇ। ਪਰ ਜਿਸ ਢੰਗ ਨਾਲ ਉਹਨਾਂ ਨੇ ਸ਼ਬਦਾਵਲੀ ਵਰਤਦਾ ਰਿਹਾ, ਜਿਸ ਢੰਗ ਨਾਲ ਉਹਨਾਂ ਨੇ ਗਨ ਕਲਚਰ ਨੂੰ ਪ੍ਰਮੋਟ ਕੀਤਾ, ਜਿਸ ਢੰਗ ਨਾਲ ਉਹਨਾਂ ਪਰ AK-47 ਨੂੰ ਜਿਹੜਾ ਬਰਨਾਲਾ ਪੁਲਿਸ ਰੇਂਜ ਦੇ ਵਿੱਚ ਜਾ ਕੇ ਉੱਥੇ ਫਾਇਰ ਕੀਤੇ ਗਏ ਆ, ਉਹ ਦੇ ਮੁਕੱਦਮੇ ਦਰਜ ਕੀਤੇ ਗਏ ਆ। ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੂੰ ਇਸ ਗੱਲ ਤੋਂ, ਗਨ ਕਲਚਰ ਤੋਂ ਪ੍ਰਮੋਟ ਜਿਹੜੇ ਲੋਕ ਕਰਦੇ ਆ ਉਹਨਾਂ ਤੋਂ ਬਚਣ ਦੀ ਜ਼ਰੂਰਤ ਸੀਗੀ। ਅੱਜ ਜਦੋਂ ਇਹੀ ਸਵਾਲ ਕਾਂਗਰਸ ਪਾਰਟੀ ਦੇ ਵਿੱਚ ਉਹ ਸ਼ਾਮਲ ਹੋਏ ਆ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੱਧੂ ਤੇ ਹਰੀਸ਼ ਚੌਧਰੀ, ਉਹਨਾਂ ਨੂੰ ਪੱਤਰਕਾਰਾਂ ਵੱਲੋਂ ਜਦ ਸਵਾਲ ਜਵਾਬਾਂ ਦਾ ਜਿਹੜੀ ਤਾਬੜਤੋੜ ਹਮਲੇ ਸ਼ੁਰੂ ਕੀਤੇ ਆ, ਤਾਂ ਉਹਨਾਂ ਨੂੰ ਇਸ ਮੁੱਦੇ ਪਰ ਇਸ ਗੱਲ ਦਾ ਕੋਈ ਜਵਾਬ ਨਹੀਂ ਸੁੱਝਿਆ। ਉਹ ਜੁਆਇਨ ਕਰਾ ਕੇ ਸਿੱਧੂ ਮੂਸੇਵਾਲ ਨੂੰ ਉੱਥੇ ਤੇ ਉੱਠ ਕੇ ਜਾਣ ਦੇ ਵਿੱਚ ਉਹਨਾਂ ਨੇ ਜਿਹੜੀ ਜਲਦੀ ਕੀਤੀ ਹੈ, ਬਿਨਾਂ ਜਵਾਬ ਦੇ ਤੇ ਭੱਜਿਆ। ਇਹ ਗੱਲ ਠੀਕ ਹੈ ਕਿ ਨਵਜੋਤ ਸਿੱਧੂ ਜਦੋਂ ਪੱਤਰਕਾਰਾਂ ਨੇ ਦਬਾਅ ਪਾਇਆ, ਪੱਤਰਕਾਰਾਂ ਨੇ ਹੱਲਾ ਕੀਤਾ, ਉਹ ਉੱਥੇ ਬੈਠੇ ਨੇ ਤੇ ਉਹਨਾਂ ਨੇ ਕੁਝ ਗੱਲ ਤੱਕ ਆਪਣੀ ਗੱਲ ਰੱਖੀ ਹੈ ਕਿ ਬਿਨਾਂ ਜਿਹੜੇ ਦੋਸ਼ ਸਿੱਧ ਨਾ ਹੋਏ ਹੋਣ, ਜਦੋਂ ਮਾਮਲਾ ਸਭ ਜੁਡੀਸ਼ੀਅਲ 'ਚ ਹੋਵੇ, ਸਾਨੂੰ ਉਹ ਦੋਸ਼ੀ ਨਹੀਂ ਕਹਿ ਸਕਦੇ। ਅਸੀਂ ਇਹ ਗੱਲ ਸਹੀ ਮੰਨਦੇ ਹਾਂ ਕਿ ਜਦੋਂ ਕੋਈ ਮਾਮਲਾ ਅਦਾਲਤ ਵਿੱਚ ਹੋਵੇ, ਅਦਾਲਤ ਕਿਸੇ ਨੂੰ ਸਜ਼ਾ ਨਹੀਂ ਦਿੰਦੀ, ਉਦੋਂ ਤੱਕ ਕਿਸੇ ਨੂੰ ਦੋਸ਼ੀ ਨਹੀਂ ਕਿਹਾ ਜਾਂਦਾ। ਪਰ ਸਵਾਲ ਹੁਣ ਇਹ ਵੀ ਉੱਠਦਾ, ਪੰਜਾਬ ਦੇ ਲੋਕ ਵੀ ਪੁੱਛਣਗੇ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਨਸ਼ੇ ਦੇ ਵਪਾਰੀ ਦੱਸਦੇ ਹੋ, ਜਿਨ੍ਹਾਂ ਲੋਕਾਂ 'ਤੇ ਤੁਸੀਂ ਨਸ਼ੇ ਰੱਖਣ ਦੇ ਦੋਸ਼ ਲਾਉਂਦੇ ਆ, ਜਿਨ੍ਹਾਂ ਲੋਕਾਂ 'ਤੇ ਤੁਸੀਂ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਦਾ ਦੋਸ਼ ਲਾਉਂਦੇ ਆ, ਕੀ ਉਹਨਾਂ ਪਰ ਪੰਜਾਬ ਦੇ ਵਿੱਚ ਕੋਈ FIR ਦਰਜ ਹੈ? ਜਾਂ ਜੇ ਹੈ ਵੀ ਤਾਂ ਉਹਨਾਂ ਦੇ ਮਾਮਲੇ ਵੀ ਸਭ ਜੁਡੀਸ਼ੀਅਲ ਦੇ ਵਿੱਚ ਨੇ। ਫਿਰ ਤੁਸੀਂ ਬਾਰ-ਬਾਰ ਹਰ ਸਟੇਜ ਤੇ ਹਰ ਜਗ੍ਹਾ ਉਹਨਾਂ ਨੂੰ ਕਿਵੇਂ ਭੰਡਦੇ ਨੇ? ਗੱਲ ਕਿਤੇ ਨਾ ਕਿਤੇ ਹੈਥਿਕਸ ਦੀ, ਨੈਤਿਕਤਾ ਦੀ ਹੁੰਦੀ ਆ ਕਿ ਤੁਸੀਂ ਕਿੱਥੇ ਖੜ੍ਹੇ ਹੋ। ਜਿੱਤਾਂ ਹਾਰਾਂ ਇੱਕ ਦੋ ਵਿਅਕਤੀ ਦੇ ਆਉਣ ਨਾਲ ਜਿੱਤ ਜਾਂਦੇ ਆ, ਹਾਰ ਜਾਂਦੇ ਆ।
ਗੱਲ ਹੁੰਦਾ ਵੀ ਤੁਹਾਡੀ ਪਾਰਟੀ ਕਿੱਥੇ ਖੜੀ ਆ, ਤੁਸੀਂ ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ, ਪੰਜਾਬ ਦੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਕਿ ਉਸ ਨੌਜਵਾਨ ਨੂੰ ਜਿਹੜਾ ਗਨ ਕਲਚਰ ਨੂੰ ਪ੍ਰਮੋਟ ਕਰ ਰਿਹਾ, ਜਾਂ ਤੁਸੀਂ ਇਹ ਕਹਿ ਸਕਦੇ ਆ ਕਿ ਨੌਜਵਾਨਾਂ ਦਾ ਜਿਹੜਾ ਇੱਕ ਵਗ ਆ, ਨੌਜਵਾਨਾਂ ਦੀ ਜਿਹੜੀ ਇੱਕ ਜਿਹੜੇ ਫੋਲੋਅਰ ਨੇ ਉਹਨਾਂ ਦੇ ਨਾਲ ਨੇ, ਸਿਰਫ ਇੱਕ ਵੋਟ, ਇੱਕ ਸੀਟ ਜਿੱਤਣ ਵਾਸਤੇ, 2 ਸੀਟਾਂ ਜਿੱਤਣ ਵਾਸਤੇ ਤੁਸੀਂ ਉਸ ਪਾਰਟੀ ਦੇ ਵਿੱਚ ਲਿਆਂਦਾ। ਤੁਸੀਂ ਜਿਹੜੇ ਆਪਣੀ ਪਾਰਟੀ ਦੇ ਸਾਰੀਆਂ ਜਿਹੜੀਆਂ ਕਦਰਾਂ ਕੀਮਤਾਂ ਜਾਂ ਪਾਰਟੀ ਦੇ ਜਿਹੜੇ ਨਿਯਮ ਸਿਧਾਂਤ ਦੇ ਉਹਨਾਂ ਨੂੰ ਇੱਕ ਪਾਸੇ ਕਰ ਦਿੱਤਾ। ਇਹ ਮੈਨੂੰ ਲੱਗ ਰਿਹਾ ਹੈ ਕਿ ਕਾਂਗਰਸ ਪਾਰਟੀ ਦਾ ਜਿਹੜਾ ਫੈਸਲਾ ਬਹੁਤ ਹੀ ਗਲਤ ਆ। ਚੰਗੀ ਗੱਲ ਹੁੰਦੀ ਕਿ ਪਾਰਟੀ ਕਿਸੇ ਹੋਰ ਜਿਹੜਾ ਚੰਗਾ ਵਿਅਕਤੀ ਆ, ਚੰਗਾ ਆਗੂ ਆ, ਉਹਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਦੇ। ਹੁਣ ਇਹਦੇ ਆਉਣ ਨਾਲ ਇਹ ਵੀ ਹੋ ਸਕਦਾ ਕਿ ਪਾਰਟੀ ਦੇ ਵਿੱਚ ਜਿਹੜੇ ਲੰਬੇ ਸਮੇਂ ਤੋਂ, ਜਿਨ੍ਹਾਂ ਨੇ 10 ਸਾਲ ਅਕਾਲੀ ਦਲ ਭਾਜਪਾ ਦੇ ਸਰਕਾਰ ਦੇ ਦੌਰਾਨ ਕੁਸ਼ਾਸਨ ਦੇ ਦਰਮਿਆਨ ਆਪਣਾ ਝੰਡਾ ਚੱਕ ਕੇ ਰੱਖਿਆ ਜਾਂ ਪਾਰਟੀ ਲਈ ਦਰੀਆਂ ਵਿਛਾਈਆਂ, ਪਾਰਟੀ ਲਈ ਝੰਡੇ ਚੱਕੇ ਆ, ਉਹ ਕੰਮ ਕਰਦੇ ਰਹੇ, ਹੁਣ ਉਹ ਲੋਕ ਕਿੱਥੇ ਜਾਣਗੇ। ਇਸ ਕਰਕੇ ਕਿਤੇ ਨਾ ਕਿਤੇ ਪਾਰਟੀ ਦੇ ਵਿੱਚ ਦੁਬਾਰਾ ਜਿਹੜੀ ਬਗਾਵਤ ਆ ਉਹ ਵੀ ਹੋ ਸਕਦੀ ਆ। ਇਸ ਕਰਕੇ ਕਾਂਗਰਸ ਪਾਰਟੀ ਨੂੰ ਕੋਈ ਵੀ ਸਟੈਪ ਚੱਕਣ ਤੋਂ ਪਹਿਲਾਂ 100 ਵਾਰ ਸੋਚਣ ਦੀ ਜ਼ਰੂਰਤ ਹੈ ਕਿ ਇਹਨਾਂ ਕਿੱਥੇ ਨਫਾ ਹੋਵੇਗਾ, ਕਿੱਥੇ ਨੁਕਸਾਨ ਹੋਗਾ, ਨਾ ਕਿ ਸਿਰਫ ਇਹ ਦੇਖਣ ਨਾਲ ਕਿ ਇਹਨਾਂ ਦੇ ਬਹੁਤ ਜ਼ਿਆਦਾ ਫੋਲੋਵਰ ਹੋ ਸਕਦੇ ਆ, ਹਰੇਕ ਵਿਅਕਤੀ ਦੇ ਹੋ ਸਕਦੇ ਆ, ਕਿਸੇ ਦੇ ਘੱਟ ਹੋ ਸਕਦੇ ਆ, ਕਿਸੇ ਦੇ ਵੱਧ ਹੋ ਸਕਦੇ ਆ। ਤੁਹਾਨੂੰ ਜਿਹੜੇ ਉਹਨਾਂ ਦੀ ਵਿਚਾਰਧਾਰਾ ਉਹ ਸਭ ਤੋਂ ਵੱਡੀ ਹੁੰਦੀ ਆ। ਫਿਰ ਤੁਸੀਂ ਆਪਣੇ ਜਿਹੜੇ ਹੋਰ ਲੋਕ ਨੇ ਦੇਸ਼ ਦੇ ਵਿੱਚ ਰਾਜ ਕਰਦੇ ਨੇ, ਉਹਨਾਂ ਨੂੰ ਤੁਸੀਂ ਕਿਸ ਮੂੰਹ ਨਾਲ ਕਹਿ ਰਹੇ ਨੇ ਕਿ ਇੱਕ ਏਜੰਡਾ ਲੈ ਕੇ ਚੱਲ ਰਹੇ ਨੇ। ਇਸ ਕਰਕੇ ਕਾਂਗਰਸ ਪਾਰਟੀ ਨੂੰ ਬਚਣ ਦੀ ਜ਼ਰੂਰਤ ਆ। ਉਹ ਅਜਿਹੇ ਲੋਕਾਂ ਨੂੰ ਅੱਗੇ ਲਿਆਉਣ ਦੀ ਜ਼ਰੂਰਤ ਆ ਜਿਹੜੇ ਲੋਕਾਂ ਦਾ ਕਿਰਦਾਰ ਬਹੁਤ ਵਧੀਆ, ਜਿਹੜੇ ਸਾਰੇ ਸਮਾਜ ਦੇ ਹਰ ਵਰਗ ਦੇ ਵਿੱਚ ਚੰਗਾ ਅਸਰ ਸੁਖ ਰੱਖਣ ਵਾਲੇ ਲੋਕ ਨੇ, ਚੰਗਾ ਜਿਨ੍ਹਾਂ ਦਾ ਰੁਤਬਾ, ਉਹਨਾਂ ਲੋਕਾਂ ਨੂੰ ਅੱਗੇ ਲਿਆਉਣ ਦੀ ਜ਼ਰੂਰਤ ਆ। ਨਾ ਕਿ ਸਿਰਫ ਇਹ ਦੇਖਣ ਦੇ ਕਿ ਇੱਕ ਵਿਅਕਤੀ ਦੇ ਬਹੁਤ ਫੋਲੋਅਰ ਆ, ਨੌਜਵਾਨ ਫੋਲੋਅਰ ਆ, ਉਹ ਕਰੋੜ ਕੈਪਚਰ ਕਰਨ ਦੇ ਵਿੱਚ ਅੱਗੇ ਰੱਖਦੇ ਨੇ। ਇਸ ਕਰਕੇ ਮੈਂ ਨਿੱਜੀ ਤੌਰ 'ਤੇ ਕਹਿ ਰਿਹਾ, ਮੇਰਾ ਪਰਸਨਲ ਜਾਣੀ ਕਿ ਇਹ ਨਜ਼ਰੀਆ ਕਿ ਕਾਂਗਰਸ ਪਾਰਟੀ ਦਾ ਇਹ ਵੱਡੀ ਤੇ ਭੁੱਲ ਆ, ਵੱਡੀ ਗਲਤੀ ਆ। ਹਾਂ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜਨ ਵਾਸਤੇ। ਸੋ ਫਿਲਹਾਲ ਦੇ ਲਈ ਸਪੈਸ਼ਲ ਰਿਪੋਰਟ ਦੇ ਵਿੱਚ ਇੰਨਾ ਹੀ। ਭਲਕੇ ਮੁੜ ਹਾਜ਼ਰ ਹੋਵਾਂਗੇ, ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ।